ਵਿਆਹ ਦੀ ਪਹਿਲੀ ਰਾਤ ਮੈਂ ਆਪਣੇ ਚਾਚੇ ਦੀ ਧੀ ਦੇ ਚਿਹਰੇ ਤੇ ਪਰਦਾ ਪਾ ਕੇ ਉਸ ਨੂੰ ਆਪਣੇ ਕਮਰੇ ਵਿੱਚ ਬਿਠਾਇਆ ਅਤੇ ਆਪ ਬਾਹਰ ਆ ਗਈ। ਮੈਂ ਆਪਣੇ ਪਤੀ ਤੇ ਪਹਿਲੀ ਰਾਤ ਹੀ ਦੋਸ਼ ਲਗਾ ਕੇ ਤਲਾਕ ਲੈਣਾ ਚਾਹੁੰਦੀ ਸੀ। ਮੈਂ ਉਸ ਨੂੰ ਪੂਰੇ ਪਰਿਵਾਰ ਵਿੱਚ ਬਦਨਾਮ ਕਰਨਾ ਚਾਹੁੰਦੀ ਸੀ। ਜਦੋਂ ਮੇਰਾ ਪਤੀ ਕਮਰੇ ਵਿੱਚ ਆਇਆ ਤਾਂ ਮੇਰੀ ਚਾਚੀ ਦੀ ਧੀ ਸਾਰੀ ਰਾਤ ਚੀਕਦੀ ਰਹੀ। ਉਸ ਦੀਆਂ ਆਵਾਜ਼ਾਂ ਬਾਹਰ ਤੱਕ ਆ ਰਹੀਆਂ ਸਨ। ਮੈਂ ਖੁਸ਼ ਸੀ ਕਿ ਜਦੋਂ ਸਵੇਰੇ ਉਹ ਦੋਵੇਂ ਬਾਹਰ ਆਉਣਗੇ ਤਾਂ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਹੋਣਗੇ। ਪਰ ਜਦੋਂ ਸਵੇਰੇ ਦੋਵੇਂ ਬਾਹਰ ਆਏ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਉਹ ਦੋਵੇਂ ਤਾਂ ਮੇਰਾ ਨਾਮ ਪ੍ਰਾਚੀ ਹੈ, ਮੇਰੀ ਉਮਰ 22 ਸਾਲ ਹੈ। ਮੇਰੀ ਭਾਬੀ ਨੇ ਅੱਜ ਮੈਨੂੰ ਅਜੀ ਗੱਲ ਆਖੀ ਕਿ ਮੇਰੇ ਸਰੀਰ ਨੂੰ ਅੱਗ ਲੱਗ ਗਈ। ਉਸ ਦੀ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਹਿੰਮਤ ਕਿਵੇਂ ਹੋਈ? ਭਾਬੀ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਭਾਬੀ ਬਣਾਉਣਾ ਚਾਹੁੰਦੀ ਹਾਂ। ਭਾਬੀ ਨੇ ਮੇਰਾ ਹੱਥ ਫੜ ਕੇ ਬੜੇ ਪਿਆਰ ਨਾਲ ਕਿਹਾ ਕਿ ਵਿਜੇ ਤੈਨੂੰ ਬਹੁਤ ਪਿਆਰ ਕਰਦਾ ਹੈ, ਤੈਨੂੰ ਬਹੁਤ ਖੁਸ਼ ਰੱਖੇਗਾ। ਮੇਰੇ ਵੀਰ ਵਿੱਚ ਕੋਈ ਕਮੀ ਨਹੀਂ, ਤੁਸੀਂ ਉਸ ਨਾਲ ਬਹੁਤ ਖੁਸ਼ ਰਹੋਗੇ। ਮੇਰਾ ਵੀਰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੇ ਚਰਨਾਂ ਵਿੱਚ ਢੇਰ ਕਰ ਦੇਵੇਗਾ। ਮੈਂ ਝਟਕੇ ਨਾਲ ਆਪਣਾ ਹੱਥ ਛੁਡਾਇਆ ਅਤੇ ਕਿਹਾ, ਜੋ ਵੀ ਹੋਵੇ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ। ਮੈਂ ਤੁਹਾਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਸਮਝਾ ਰਹੀ ਹਾਂ ਕਿ ਤੁਸੀਂ ਮੇਰੇ ਪਰਿਵਾਰ ਦੇ ਸਾਹਮਣੇ ਇਸ ਰਿਸ਼ਤੇ ਦੀ ਚਰਚਾ ਨਹੀਂ ਕਰਨਾ, ਨਹੀਂ ਤਾਂ ਮੈਂ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦਿਆਂਗੀ। ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਬਹੁਤ ਗੁੱਸਾ ਆਇਆ, ਪਰ ਆਪਣੇ ਭਰਾ ਬਾਰੇ ਸੋਚ ਕੇ ਮੈਂ ਆਪਣੀ ਭਾਬੀ ਨੂੰ ਬਹੁਤਾ ਕੁਝ ਨਹੀਂ ਕਹਿ ਸਕੀ। ਮੇਰੇ ਭਰਾ ਦੇ ਵਿਆਹ ਨੂੰ ਅਜੇ 1.5 ਸਾਲ ਹੀ ਹੋਇਆ ਸੀ। ਉਸ ਨੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਇਆ ਸੀ। ਭਾਬੀ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ। ਵਿਜੇ ਬਹੁਤ ਚੰਗਾ ਮੁੰਡਾ ਸੀ, ਪਰ ਮੈਂ ਉਸ ਦੇ ਘਰ ਨਹੀਂ ਰਹਿ ਸਕਦੀ ਸੀ। ਮੈਂ ਖੁਸ਼ਹਾਲ ਜ਼ਿੰਦਗੀ ਜੀ ਰਹੀ ਸੀ ਅਤੇ ਦੂਜੀ ਗੱਲ ਇਹ ਕਿ ਮੈਨੂੰ ਕੋਈ ਹੋਰ ਮੁੰਡਾ ਪਸੰਦ ਸੀ। ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਮੈਨੂੰ ਕਿਹਾ ਕਿ ਮੈਂ ਜਲਦੀ ਹੀ ਆਪਣਾ ਰਿਸ਼ਤਾ ਤੁਹਾਡੇ ਘਰ ਭੇਜਾਂਗਾ। ਖੈਰ, ਮੈਂ ਆਪਣੀ ਆਪ ਨੂੰ ਰਿਲੈਕਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਕਿਉਂਕਿ ਮੈਂ ਜਾਣਦੀ ਸੀ ਕਿ ਹਰ ਹਾਲਤ ਵਿੱਚ ਅੰਤਿਮ ਫੈਸਲਾ ਮੇਰਾ ਹੀ ਹੋਣਾ ਸੀ। ਮੇਰੀ ਇੱਛਾ ਵਿਰੁੱਧ ਕੁਝ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਸੀ। ਮੈਂ ਆਪਣੇ ਪਰਿਵਾਰ ਦੀ ਬਹੁਤ ਲਾਡਲੀ ਧੀ ਸੀ। ਸਾਰੇ ਮੇਰੀ ਗੱਲ ਮੰਨਦੇ ਸਨ। ਮੈਂ ਫਿਰ ਆਪਣੀ ਪੜ੍ਹਾਈ ਵਿੱਚ ਰੁੱਝ ਗਈ। ਮੈਂ ਨੈਤਿਕ ਨੂੰ ਵੀ ਸਭ ਕੁਝ ਦੱਸ ਦਿੱਤਾ ਸੀ। ਉਸ ਨੇ ਕਿਹਾ, ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ। ਤੁਸੀਂ ਮੇਰੇ ਲਈ ਦੁਨੀਆ ਦੇ ਸਾਹਮਣੇ ਖੜ ਜਾਓਗੇ, ਪਰ ਮੈਨੂੰ ਨਹੀਂ ਛੱਡੋਗੇ। ਨੈਤਿਕ ਮੇਰੇ ਨਾਲ ਪੜ੍ਹਦਾ ਸੀ ਅਤੇ ਮੇਰੀ ਦੋਸਤ ਦਾ ਭਰਾ ਸੀ। ਅਸੀਂ ਇੱਕ ਦੂਜੇ ਦੇ ਘਰ ਬਹੁਤ ਜਾਂਦੇ ਸੀ। ਸਾਡੇ ਦੋਵਾਂ ਪਰਿਵਾਰਾਂ ਵਿੱਚ ਬਹੁਤ ਪਿਆਰ ਸੀ। ਥੋੜੇ ਦਿਨ ਹੀ ਹੋਏ ਸਨ ਕਿ ਭਾਬੀ ਫਿਰ ਮੇਰੇ ਕਮਰੇ ਵਿੱਚ ਆਈ। ਉਸ ਦੇ ਹੱਥ ਵਿੱਚ ਇੱਕ ਮੋਬਾਈਲ ਫੋਨ ਸੀ ਜੋ ਉਸਨੇ ਮੇਰੇ ਵੱਲ ਵਧਾਇਆ। ਮੈਂ ਹੈਰਾਨ ਸੀ ਕਿ ਉਸਨੇ ਅਜਿਹਾ ਕਿਉਂ ਕੀਤਾ। ਫਿਰ ਖਿਆਲ ਆਇਆ ਕਿ ਸ਼ਾਇਦ ਮੇਰਾ ਭਰਾ ਫੋਨ ਕਰ ਰਿਹਾ ਹੈ ਅਤੇ ਉਹ ਮੇਰੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦਾ ਹੈ। ਮੈਂ ਫੋਨ ਫੜਿਆ ਅਤੇ ਜਿਵੇਂ ਹੀ ਮੈਂ ਹੈਲੋ ਕਿਹਾ, ਸਾਹਮਣੇ ਤੋਂ ਵਿਜੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਕਹਿਣ ਲੱਗਾ, ਪ੍ਰਾਚੀ, ਇੱਕ ਵਾਰ ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਮੈਂ ਦੰਗ ਰਹਿ ਗਈ। ਮੈਨੂੰ ਭਾਬੀ ਤੋਂ ਅਜੇ ਕਿਸੇ ਕੰਮ ਦੀ ਉਮੀਦ ਨਹੀਂ ਸੀ। ਮੈਂ ਆਪਣੀ ਭਰਜਾਈ ਦਾ ਮੋਬਾਈਲ ਹੇਠਾਂ ਸੁੱਟ ਦਿੱਤਾ ਅਤੇ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੱਤਾ। ਭਾਬੀ, ਇਹ ਸਭ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? ਜਦੋਂ ਮੈਂ ਤੈਨੂੰ ਇੱਕ ਵਾਰ ਨਾ ਕਰ ਦਿੱਤੀ ਸੀ, ਫਿਰ ਤੂੰ ਸਮਝਦੀ ਕਿਉਂ ਨਹੀਂ? ਜੇ ਤੂੰ ਇਸ ਤੋਂ ਬਾਅਦ ਅਜਿਹਾ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਭਾਬੀ ਨੇ ਸ਼ਰਮਿੰਦਾ ਹੋ ਕੇ ਕਿਹਾ, ਪ੍ਰਾਚੀ, ਮੈਨੂੰ ਮਾਫ਼ ਕਰ ਦਿਓ। ਦਰਅਸਲ ਵਿਜੇ ਨੇ ਕਿਹਾ ਸੀ ਕਿ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਤੇ ਉਹ ਤੁਹਾਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਉਣਾ ਚਾਹੁੰਦਾ ਹੈ। ਮੈਂ ਗੁੱਸੇ ਨਾਲ ਕਿਹਾ, ਮੈਂ ਕੀ ਲੈਣਾ ਤੇਰੇ ਭਰਾ ਤੇ ਤੇਰੇ ਭਰਾ ਦੇ ਪਿਆਰ ਤੋਂ? ਇੰਨੇ ਸਮੇਂ ਵਿੱਚ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਭਰਾ ਕਮਰੇ ਵਿੱਚ ਦਾਖਲ ਹੋ ਗਿਆ। ਉਸ ਨੇ ਦੇਖਿਆ ਕਿ ਭਾਬੀ ਸ਼ਰਮਿੰਦਗੀ ਨਾਲ ਸਿਰ ਝੁਕਾ ਕੇ ਖੜੀ ਸੀ ਅਤੇ ਫਿਰ ਭਰਾ ਨੇ ਮਹਿਸੂਸ ਕੀਤਾ ਕਿ ਮੈਂ ਭਾਬੀ ਤੇ ਬਿਨਾਂ ਕਿਸੇ ਕਾਰਨ ਦੇ ਗੁੱਸੇ ਹੋ ਗਈ ਸੀ। ਭਰਾ ਨੇ ਕਿਹਾ, ਪ੍ਰਾਚੀ, ਹੁਣ ਤੂੰ ਛੋਟੀ ਕੁੜੀ ਨਹੀਂ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਨਾਲ ਕਿਵੇਂ ਗੱਲ ਕਰਨੀ ਹੈ। ਮੈਨੂੰ ਤੁਹਾਡੇ ਤੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਸੀ। ਆਪਣੀ ਭਰਜਾਈ ਤੋਂ ਮਾਫ਼ੀ ਮੰਗੋ। ਮੈਂ ਨਾ ਵਿੱਚ ਸਿਰ ਹਿਲਾ ਕੇ ਆਪਣੇ ਕਮਰੇ ਵਿੱਚ ਚਲੀ ਆਈ। ਮੰਮੀ ਹਾਲ ਵਿੱਚ ਹੀ ਖੜੀ ਸੀ। ਮੈਂ ਕਿਹਾ, ਮੰਮੀ ਦੇਖੋ, ਭਰਾ ਨੇ ਮੈਨੂੰ ਬਹੁਤ ਡਾਂਟਿਆ ਹੈ ਅਤੇ ਮੈਨੂੰ ਭਾਬੀ ਤੋਂ ਮਾਫ਼ੀ ਮੰਗਣ ਲਈ ਕਹਿ ਰਿਹਾ ਹੈ। ਇਸ ਸਮੇਂ ਤੱਕ ਭਾਬੀ ਅਤੇ ਭਰਾ ਕਮਰੇ ਤੋਂ ਬਾਹਰ ਆ ਚੁੱਕੇ ਸਨ। ਮਾਂ ਨੇ ਭਾਬੀ ਵੱਲ ਗੁੱਸੇ ਨਾਲ ਦੇਖਿਆ
ਉਹਨਾਂ ਨੇ ਕਿਹਾ, ਨੋ, ਪ੍ਰਾਚੀ ਦੇ ਮਾਤਾ ਪਿਤਾ ਦਾ ਹੱਥ ਅਜੇ ਉਸਦੇ ਸਿਰ ਤੇ ਹੈ। ਤੁਸੀਂ ਆਪਣੇ ਪਤੀ ਨੂੰ ਸਿਪਾਹੀ ਬਣਾ ਕੇ ਮੇਰੀ ਧੀ ਦੇ ਵਿਰੁੱਧ ਨਹੀਂ ਵਰਤ ਸਕਦੀ। ਖਬਰਦਾਰ, ਜੇਕਰ ਅੱਜ ਤੋਂ ਬਾਅਦ ਤੁਸੀਂ ਦੋਵੇਂ ਨੇ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਘਰੋਂ ਕੱਢ ਦਿਆਂਗੀ। ਮਾਂ ਦੀਆਂ ਗੱਲਾਂ ਸੁਣ ਕੇ ਭਰਾ ਸ਼ਰਮਿੰਦਾ ਹੋ ਗਿਆ। ਉਸ ਨੇ ਅੱਗੇ ਆ ਕੇ ਕਿਹਾ, ਮੰਮੀ, ਤੁਸੀਂ ਗਲਤ ਸਮਝ ਰਹੇ ਹੋ। ਅਜਿਹਾ ਕੁਝ ਨਹੀਂ ਹੈ। ਮੈਂ ਤਾਂ ਪ੍ਰਾਚੀ ਨੂੰ ਸਮਝਾ ਰਿਹਾ ਸੀ ਕਿ ਵੱਡਿਆਂ ਨਾਲ ਕਿਵੇਂ ਗੱਲ ਕਰਨੀ ਹੈ। ਮੰਮੀ ਨੇ ਕਿਹਾ, ਮੈਂ ਗਲਤਫਹਿਮੀ ਵਿੱਚ ਨਹੀਂ ਹਾਂ। ਅਜਿਹਾ ਹੀ ਹੋਵੇਗਾ ਜਿਵੇਂ ਪ੍ਰਾਚੀ ਕਹਿ ਰਹੀ ਹੈ। ਮੇਰੀ ਪ੍ਰਾਚੀ ਕਦੇ ਵੀ ਝੂਠ ਨਹੀਂ ਬੋਲ ਸਕਦੀ ਅਤੇ ਬਜਾਏ ਚਾਹੇ ਜੋ ਵੀ ਹੋਵੇ, ਮੇਰੀ ਬੇਟੀ ਦੀਆਂ ਅੱਖਾਂ ਵਿੱਚ ਤੁਹਾਡੇ ਦੋਵਾਂ ਕਾਰਨ ਹੰਝੂ ਆਏ ਹਨ। ਜੇਕਰ ਭਵਿੱਖ ਵਿੱਚ ਮੇਰੀ ਧੀ ਦੀਆਂ ਅੱਖਾਂ ਵਿੱਚ ਹੰਝੂ ਆਏ ਤਾਂ ਮੈਂ ਅਜਿਹਾ ਸਹਿਣ ਨਹੀਂ ਕਰਾਂਗੀ। ਮੰਮੀ ਨੇ ਮੈਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਤਾਂ ਮੈਂ ਵਾਪਸ ਆ ਗਈ। ਮੇਰਾ ਦਿਲ ਖੁਸ਼ੀ ਨਾਲ ਫੁੱਟ ਰਿਹਾ ਸੀ। ਦਰਅਸਲ ਮੇਰੇ ਮਾਤਾ ਪਿਤਾ ਸ਼ੁਰੂ ਤੋਂ ਹੀ ਮੈਨੂੰ ਅਤੇ ਮੇਰੇ ਭਰਾ ਨੂੰ ਬਰਾਬਰ ਪਿਆਰ ਅਤੇ ਸਤਿਕਾਰ ਦਿੰਦੇ ਸਨ, ਪਰ ਜਦੋਂ ਮੈਂ ਭਰਾ ਨੇ ਗਰੀਬ ਪਰਿਵਾਰ ਦੀ ਕੁੜੀ ਨਾਲ ਵਿਆਹ ਕੀਤਾ ਸੀ, ਉਦੋਂ ਤੋਂ ਉਹਨਾਂ ਲਈ ਮੰਮੀ ਡੈਡੀ ਦੀਆਂ ਨਜ਼ਰਾਂ 'ਚ ਪਿਆਰ ਘਟ ਗਿਆ ਸੀ। ਮਾਂ ਨੂੰ ਤਾਂ ਭਾਬੀ ਪਸੰਦ ਨਹੀਂ ਸੀ ਕਿ ਇਸ ਘਰ ਵਿੱਚ ਉਸ ਦਾ ਕੀ ਸਥਾਨ ਹੈ ਅਤੇ ਇਸ ਘਰ ਵਿੱਚ ਉਸ ਦੀ ਕੀ ਇੱਜ਼ਤ ਹੈ। ਇਸੇ ਲਈ ਉਸ ਵਿੱਚ ਮੇਰੇ ਪਰਿਵਾਰ ਨਾਲ ਇਸ ਰਿਸ਼ਤੇ ਬਾਰੇ ਗੱਲ ਕਰਨ ਦੀ ਹਿੰਮਤ ਨਹੀਂ ਸੀ। ਅੱਜ ਮੇਰੇ ਦਿਲ ਨੂੰ ਰਾਹਤ ਮਹਿਸੂਸ ਹੋਈ ਕਿ ਮੇਰੀ ਭਰਜਾਈ ਜੋ ਸੋਚ ਰਹੀ ਸੀ ਉਹ ਬਿਲਕੁਲ ਨਹੀਂ ਹੋ ਸਕਦਾ। ਭਾਬੀ ਦਾ ਇਹ ਸੁਪਨਾ ਸਹਿਜ ਸੁਪਨਾ ਹੀ ਰਹਿ ਜਾਵੇਗਾ। ਖੈਰ, ਮੈਂ ਹੁਣ ਆਪਣੇ ਆਪ ਨੂੰ ਇਹਨਾਂ ਸਾਰੇ ਮਾਮਲਿਆਂ ਤੋਂ ਦੂਰ ਕਰ ਲਿਆ। ਮੈਂ ਨੈਤਿਕ ਦੇ ਪਿਆਰ ਵਿੱਚ ਗੁਆਚ ਕੇ ਸਾਰੀ ਦੁਨੀਆ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਸੀ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੇ ਨੱਕ ਦੇ ਹੇਠਾਂ ਕੀ ਪੱਕ ਰਿਹਾ ਹੈ। ਇਸ ਹਾਦਸੇ ਨੂੰ 1 ਮਹੀਨਾ ਬੀਤ ਚੁੱਕਾ ਸੀ। ਜਦੋਂ ਮੈਂ ਇੱਕ ਦਿਨ ਕਾਲਜ ਤੋਂ ਘਰ ਵਾਪਸ ਆਈ ਤਾਂ ਪਿਤਾ ਜੀ ਮੇਰੇ ਕਮਰੇ ਵਿੱਚ ਆ ਗਏ। ਪਿਤਾ ਜੀ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਕਿਹਾ, ਪਾਪਾ, ਤੁਸੀਂ ਅੱਜ ਮੇਰੇ ਕਮਰੇ ਵਿੱਚ ਆਉਣ ਦਾ ਸਮਾਂ ਕਿਵੇਂ ਕੱਢਿਆ? ਪਾਪਾ ਨੇ ਮੁਸਕਰਾਉਂਦੇ ਹੋਏ ਕਿਹਾ, ਬੇਟੀ, ਅੱਜ ਮੈਂ ਪਿਤਾ ਬਣ ਕੇ ਨਹੀਂ, ਸਵਾਲੀ ਬਣ ਕੇ ਆਇਆ ਹਾਂ। ਜੇ ਮੈਂ ਤੈਥੋਂ ਕੁਝ ਮੰਗਣਾ ਹੋਵੇ ਤਾਂ ਮੈਨੂੰ ਖਾਲੀ ਹੱਥ ਨਾ ਮੋੜਨਾ। ਪਿਤਾ ਜੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸ ਨੇ ਪਹਿਲਾਂ ਕਦੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸੀ। ਮੈਂ ਕਿਹਾ, ਪਾਪਾ, ਤੁਸੀਂ ਹੁਕਮ ਕਰੋ, ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੀ ਹਰ ਗੱਲ ਮੰਨਾਂਗੀ। ਪਾਪਾ ਦੀਆਂ ਅਗਲੀਆਂ ਗੱਲਾਂ ਸੁਣ ਕੇ ਮੇਰੇ ਉੱਤੇ ਪਹਾੜ ਟੁੱਟ ਪਿਆ। ਉਹ ਕਹਿਣ ਲੱਗੇ, ਬੇਟੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਜੇ ਨਾਲ ਵਿਆਹ ਕਰਾਓ। ਮੈਂ ਅਚਾਨਕ ਚੀਖੀ। ਮੈਂ ਕਿਹਾ, ਪਾਪਾ, ਕੀ ਕਹਿ ਰਹੇ ਹੋ? ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਪਰਿਵਾਰ ਅਤੇ ਸਾਡੇ ਪਰਿਵਾਰ ਦੇ ਲੈਵਲ ਵਿੱਚ ਬਹੁਤ ਅੰਤਰ ਹੈ। ਪਾਪਾ ਨੇ ਕਿਹਾ, ਬੇਟੀ, ਵਿਜੇ ਬਹੁਤ ਕਾਬਲ ਲੜਕਾ ਹੈ। ਉਸ ਨੇ ਬਹੁਤ ਮਿਹਨਤ ਕੀਤੀ ਹੈ। ਆਪਣੀ ਮਿਹਨਤ ਸਦਕਾ ਉਹ ਬਹੁਤ ਹੀ ਵਧੀਆ ਨੌਕਰੀ ਲੱਭਣ ਵਿੱਚ ਕਾਮਯਾਬ ਰਿਹਾ ਹੈ। ਉਹ ਤੁਹਾਨੂੰ ਬਹੁਤ ਖੁਸ਼ ਰੱਖੇਗਾ। ਉਹ ਬਹੁਤ ਚੰਗਾ ਲੜਕਾ ਹੈ। ਮੈਂ ਖੁਦ ਦੇਖਿਆ ਹੈ। ਮੈਂ ਸਿਰਫ ਨਾ ਕਰਕੇ ਕਿਹਾ, ਪਾਪਾ, ਇਹ ਸਭ ਠੀਕ ਹੈ, ਪਰ ਤੁਸੀਂ ਇਹ ਸਵਾਲ ਲੈ ਕੇ ਮੇਰੇ ਕੋਲ ਕਿਉਂ ਆਏ ਹੋ? ਕਿਉਂਕਿ ਮੈਂ ਆਪਣੀ ਭਾਬੀ ਨੂੰ ਪਹਿਲਾਂ ਹੀ ਨਾ ਕਰ ਦਿੱਤੀ ਸੀ। ਇਹ ਮੇਰੀ ਇੱਛਾ ਹੈ। ਮੇਰਾ ਜੀ ਕਰੇਗਾ ਤਾਂ ਕਰਾਂਗੀ, ਨਹੀਂ ਤਾਂ ਮੈਂ ਇਨਕਾਰ ਕਰ ਦਿਆਂਗੀ। ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਬੇਨਤੀ ਕਰ ਰਹੇ ਹੋ? ਪਾਪਾ ਨੇ ਕਿਹਾ, ਮੈਂ ਤੁਹਾਡੇ ਲਈ ਖੁਸ਼ੀਆਂ ਚਾਹੁੰਦਾ ਹਾਂ। ਮੈਂ ਵਿਜੇ ਦੀ ਹਰ ਤਰ੍ਹਾਂ ਨਾਲ ਜਾਂਚ ਕੀਤੀ ਹੈ। ਉਹ ਹਰ ਤਰ੍ਹਾਂ ਨਾਲ ਤੁਹਾਡੇ ਲਈ ਚੰਗਾ ਜੀਵਨ ਸਾਥੀ ਸਾਬਤ ਹੋਵੇਗਾ। ਮੈਂ ਕਿਹਾ, ਨਹੀਂ ਪਿਤਾ ਜੀ, ਮੈਂ ਤੁਹਾਡੀ ਇਹ ਗੱਲ ਸਵੀਕਾਰ ਨਹੀਂ ਕਰ ਸਕਦੀ। ਮੈਂ ਵਿਜੇ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ, ਇਸ ਲਈ ਮੈਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਪਾਪਾ ਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਉਹਨਾਂ ਨੇ ਕਿਹਾ, ਬੇਟੀ, ਤੁਸੀਂ ਇੰਨੀ ਜਲਦਬਾਜ਼ੀ ਵਿੱਚ ਇੰਨਾ ਵੱਡਾ ਫੈਸਲਾ ਕਿਵੇਂ ਲੈ ਸਕਦੇ ਹੋ? ਤੁਸੀਂ ਇਸ ਬਾਰੇ ਕੁਝ ਸਮਾਂ ਸੋਚੋ, ਫਿਰ ਇਸ ਬਾਰੇ ਫੈਸਲਾ ਕਰੋ ਅਤੇ ਮੈਨੂੰ ਦੱਸੋ। ਮੈਂ ਕਿਹਾ, ਪਾਪਾ, ਭਾਬੀ ਜੀ ਨੇ ਤੁਹਾਡੇ ਤੋਂ ਪਹਿਲਾਂ ਮੈਨੂੰ ਇਸ ਬਾਰੇ ਪੁੱਛਿਆ ਸੀ। ਮੈਂ ਇਸ ਬਾਰੇ ਬਹੁਤ ਸੋਚਿਆ ਅਤੇ ਉਹਨਾਂ ਨੂੰ ਇਨਕਾਰ ਕਰ ਦਿੱਤਾ। ਮੈਂ ਸੋਚਿਆ ਕਿ ਭਾਬੀ ਨੂੰ ਇੰਨੀ ਸਮਝ ਹੋਵੇਗੀ ਕਿ ਉਹ ਇਸ ਗੱਲ ਦਾ ਕਿਸੇ ਨਾਲ ਜ਼ਿਕਰ ਨਹੀਂ ਕਰੇਗੀ, ਪਰ ਛੋਟੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਇਹ ਸਮੱਸਿਆ ਹੈ। ਉਹ ਚੀਜ਼ਾਂ ਨੂੰ ਜਲਦੀ ਸਮਝ ਨਹੀਂ ਪਾਉਂਦੇ। ਹੁਣ ਤੁਸੀਂ ਜਾ ਕੇ ਭਾਬੀ ਨੂੰ ਸਖਤੀ ਨਾਲ ਦੱਸੋ ਕਿ ਜਦੋਂ ਮੇਰੀ ਧੀ ਇਸ ਰਿਸ਼ਤੇ ਤੋਂ ਪਹਿਲਾਂ ਹੀ ਇਨਕਾਰ ਕਰ ਚੁੱਕੀ ਸੀ ਤਾਂ ਮੈਨੂੰ ਇਸ ਮਾਮਲੇ ਵਿੱਚ ਉਲਝਾਉਣ ਦੀ ਕੀ ਲੋੜ ਸੀ। ਮੈਂ ਸੋਚਿਆ ਕਿ ਪਾਪਾ ਮੇਰੀ ਗੱਲ ਨੂੰ ਸਮਝਣਗੇ ਅਤੇ ਮੇਰੀ ਗੱਲ ਦਾ ਸਤਿਕਾਰ ਕਰਨਗੇ, ਪਰ ਉਹਨਾਂ ਨੇ ਇੱਕ ਬਹੁਤ ਅਜੀਬ ਗੱਲ ਕੀਤੀ। ਉਹਨਾਂ ਨੇ ਮੇਰੇ ਸਾਹਮਣੇ ਹੱਥ ਜੋੜ ਲਏ। ਉਹਨਾਂ ਨੇ ਕਿਹਾ, ਮੇਰੇ ਬੰਨੇ ਹੋਏ ਹੱਥ ਦੇਖੋ, ਮੈਂ ਬੇਵੱਸ ਹਾਂ, ਇਸ ਲਈ ਇਸ ਰਿਸ਼ਤੇ ਨੂੰ ਹਾਂ ਕਹੋ। ਇਹ ਸਭ ਦੇਖ ਕੇ ਮੈਂ ਹੈਰਾਨ ਰਹਿ ਗਈ। ਮੇਰੇ ਪਿਤਾ ਜੀ ਜੋ ਹਮੇਸ਼ਾ ਸਿਰ ਝੁੱਕ ਕੇ ਤੁਰਦੇ
ਤੁਰਦੇ ਸਨ, ਸਾਰੀ ਉਮਰ ਸਿਰ ਉੱਚਾ ਚੁੱਕ ਕੇ ਚੱਲਦੇ ਰਹੇ ਸਨ। ਉਹਨਾਂ ਵਿੱਚ ਇੱਕ ਵੱਖਰਾ ਹੀ ਮਾਣ ਅਤੇ ਜਜ਼ਬਾ ਸੀ, ਜਿਸ ਨੇ ਕਦੇ ਕਿਸੇ ਅੱਗੇ ਝੁਕਣਾ ਨਹੀਂ ਸਿੱਖਿਆ ਸੀ। ਉਹ ਮੇਰੇ ਸਾਹਮਣੇ ਹੱਥ ਜੋੜ ਕੇ ਬੈਠੇ ਸੀ। ਇਹ ਦੇਖ ਕੇ ਮੇਰਾ ਦਿਲ ਟੁੱਟ ਗਿਆ। ਮੈਂ ਕਿਹਾ, ਪਾਪਾ ਤੁਸੀਂ ਇਹ ਸਭ ਕੀ ਕਰ ਰਹੇ ਹੋ? ਮੈਂ ਪਾਪਾ ਦਾ ਹੱਥ ਫੜ ਲਿਆ। ਪਾਪਾ ਨੇ ਕਿਹਾ, ਬੇਟੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਪੈਰਾਂ ਤੇ ਵੀ ਡਿੱਗਣ ਲਈ ਤਿਆਰ ਹਾਂ। ਮੈਨੂੰ ਦੱਸੋ ਮੈਂ ਕੀ ਕਰਾਂ ਤਾਂ ਜੋ ਤੁਸੀਂ ਇਸ ਰਿਸ਼ਤੇ ਲਈ ਸਹਿਮਤ ਹੋਵੋ। ਮੈਂ ਸਿਰ ਹਿਲਾ ਕੇ ਪਲਾਂ ਵਿੱਚ ਫੈਸਲਾ ਲੈ ਲਿਆ। ਮੈਂ ਕਿਹਾ, ਪਾਪਾ ਮੈਨੂੰ ਇਹ ਰਿਸ਼ਤਾ ਮਨਜ਼ੂਰ ਹੈ। ਪਾਪਾ ਇੱਕਦਮ ਖੁਸ਼ ਹੋ ਗਏ ਅਤੇ ਮੇਰੇ ਮੱਥੇ ਨੂੰ ਚੁੰਮ ਲਿਆ। ਉਸਨੇ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਅਤੇ ਫਿਰ ਉੱਠ ਕੇ ਬਾਹਰ ਚਲਾ ਗਿਆ, ਜਦੋਂ ਕਿ ਮੈਂ ਪੱਥਰ ਵਰਗੀ ਹੋ ਗਈ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੁਝ ਪਲ ਪਹਿਲਾਂ ਜੋ ਹੋਇਆ ਉਹ ਸੱਚ ਸੀ ਜਾਂ ਸੁਪਨਾ। ਮੈਂ ਸਦਮੇ ਦੀ ਅਵਸਥਾ ਵਿੱਚ ਬੈਠੀ ਰਹਿ ਗਈ। ਸਾਰੀ ਉਮਰ ਮੇਰੇ ਪਰਿਵਾਰ ਨੇ ਮੇਰੇ ਫੈਸਲੇ ਨੂੰ ਮਹੱਤਵਪੂਰਨ ਸਮਝਿਆ ਸੀ। ਉਹਨਾਂ ਨੇ ਮੇਰੇ ਅੱਗੇ ਆਪਣੀਆਂ ਇੱਛਾਵਾਂ ਨੂੰ ਦਬਾ ਦਿੱਤੀਆਂ ਸਨ, ਕੇਵਲ ਮੇਰੀਆਂ ਇੱਛਾਵਾਂ ਨੂੰ ਪੂਰੀਆਂ ਕੀਤੀਆਂ ਸਨ। ਫਿਰ ਇਹ ਕਿਵੇਂ ਸੰਭਵ ਹੋਇਆ ਕਿ ਇਹ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਸੀ ਅਤੇ ਇਸ ਵਿੱਚ ਮੇਰੇ ਫੈਸਲੇ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਸੀ। ਪਤਾ ਨਹੀਂ ਮਾਂ-ਬਾਪ ਅਜਿਹਾ ਵਰਤਾਓ ਕਿਉਂ ਕਰਦੇ ਹਨ। ਉਹ ਸਾਰੀ ਉਮਰ ਬੱਚਿਆਂ ਦੀ ਹਰ ਖੁਸ਼ੀ ਅਤੇ ਹਰ ਇੱਛਾ ਦਾ ਸਤਿਕਾਰ ਕਰਦੇ ਹਨ। ਉਹ ਬੱਚਿਆਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦਿੰਦੇ, ਪਰ ਜਦੋਂ ਉਹਨਾਂ ਦੀ ਜ਼ਿੰਦਗੀ ਦਾ ਫੈਸਲਾ ਹੁੰਦਾ ਹੈ ਤਾਂ ਉਹ ਜ਼ਬਰਦਸਤੀ ਉਹਨਾਂ ਤੇ ਆਪਣਾ ਫੈਸਲਾ ਥੋਪ ਦਿੰਦੇ ਹਨ। ਮੈਨੂੰ ਆਪਣੇ ਪਿਤਾ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਇੰਜ ਲੱਗਾ ਜਿਵੇਂ ਕੋਈ ਬੰਦੂਕ ਦੀ ਨੋਕ ਤੇ ਮੇਰੇ ਤੋਂ ਸਾਰੀ ਉਮਰ ਦੀਆਂ ਖੁਸ਼ੀਆਂ ਖੋਹ ਰਿਹਾ ਹੋਵੇ। ਆਪਣਾ ਦਿਲ ਹਲਕਾ ਕਰਨ ਲਈ ਮੈਂ ਨੈਤਿਕ ਦਾ ਨੰਬਰ ਡਾਇਲ ਕੀਤਾ। ਉਸ ਦੀ ਆਵਾਜ਼ ਸੁਣ ਕੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਈ। ਉਹ ਬਹੁਤ ਪਰੇਸ਼ਾਨ ਹੋ ਗਿਆ ਅਤੇ ਪੁੱਛਿਆ, ਕੀ ਗੱਲ ਹੈ ਪ੍ਰਾਚੀ, ਤੂੰ ਇੰਨਾ ਕਿਉਂ ਰੋ ਰਹੀ ਹੈ? ਸਭ ਕੁਝ ਠੀਕ ਹੈ ਨਾ? ਮੈਂ ਨੈਤਿਕ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਨਾਰਾਜ਼ ਵੀ ਸੀ, ਉਸ ਨੂੰ ਗੁੱਸਾ ਵੀ ਆ ਰਿਹਾ ਸੀ। ਉਹ ਕਹਿਣ ਲੱਗਾ ਕਿ ਇਹ ਕੀ ਬਕਵਾਸ ਹੈ, ਤੁਸੀਂ ਸਾਡੇ ਸਾਲਾਂ ਦਾ ਪਿਆਰ ਇੱਕ ਪਲ ਵਿੱਚ ਕਿਵੇਂ ਖਤਮ ਕਰ ਦਿੱਤਾ? ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿਤਾ ਨੂੰ ਤੁਹਾਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕੀਤਾ ਹੈ। ਮੈਂ ਤੁਹਾਨੂੰ ਇੱਕ ਗੱਲ ਸਾਫ਼-ਸਾਫ਼ ਦੱਸ ਰਿਹਾ ਹਾਂ ਕਿ ਮੈਂ ਇਸ ਸਾਰੀ ਦੁਨੀਆ ਨੂੰ ਅੱਗ ਲਗਾ ਦਿਆਂਗਾ, ਪਰ ਮੈਂ ਕਿਸੇ ਹੋਰ ਨੂੰ ਤੁਹਾਡੇ ਨਾਲ ਵਿਆਹ ਨਹੀਂ ਕਰਨ ਦੇਵਾਂਗਾ। ਨੈਤਿਕ ਬਹੁਤ ਉੱਚੀ-ਉੱਚੀ ਚੀਕ ਰਿਹਾ ਸੀ। ਮੈਂ ਕਿਹਾ, ਨੈਤਿਕ ਤੂੰ ਫਿਕਰ ਨਾ ਕਰ, ਮੈਂ ਭਾਬੀ ਦਾ ਇਹ ਡਰਾਮਾ ਨਹੀਂ ਚੱਲਣ ਦਿਆਂਗੀ। ਮੈਂ ਉਸ ਔਰਤ ਨੂੰ ਮੇਰੀ ਖੁਸ਼ੀ ਖੋਹਣ ਦੀ ਇਜਾਜ਼ਤ ਨਹੀਂ ਦੇ ਸਕਦੀ। ਉਸਨੇ ਖੁਦ ਪੈਸੇ ਦੇ ਲਾਲਚ ਵਿੱਚ ਮੇਰੇ ਭਰਾ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਮੇਰੇ ਘਰ ਬੈਠ ਕੇ ਆਨੰਦ ਮਾਣ ਰਹੀ ਹੈ, ਪਰ ਉਸ ਦਾ ਜਨੂੰਨ ਅਜੇ ਠੰਡਾ ਨਹੀਂ ਹੋਇਆ। ਹੁਣ ਉਹ ਆਪਣੇ ਭਰਾ ਦਾ ਵਿਆਹ ਕਿਸੇ ਅਮੀਰ ਕੁੜੀ ਨਾਲ ਕਰਵਾਉਣਾ ਚਾਹੁੰਦੀ ਹੈ, ਪਰ ਮੈਂ ਉਸ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦਿਆਂਗੀ। ਮੈਂ ਗੁੱਸੇ ਨਾਲ ਪਾਗਲ ਹੋ ਰਹੀ ਸੀ। ਨੈਤਿਕ ਨੇ ਵੀ ਮੈਨੂੰ ਕਿਸੇ ਕਿਸਮ ਦੀ ਤਸੱਲੀ ਨਹੀਂ ਦਿੱਤੀ। ਉਸਨੇ ਗੁੱਸੇ ਵਿੱਚ ਫੋਨ ਵੀ ਬੰਦ ਕਰ ਦਿੱਤਾ। ਮੈਂ ਸਾਰੀ ਰਾਤ ਪਰੇਸ਼ਾਨੀ ਵਿੱਚ ਬਿਤਾਈ ਸੀ। ਜਦੋਂ ਸਵੇਰ ਹੋਈ ਤਾਂ ਪਤਾ ਲੱਗਾ ਕਿ ਪਿਤਾ ਜੀ ਨੇ ਇਸ ਰਿਸ਼ਤੇ ਬਾਰੇ ਸਭ ਨੂੰ ਦੱਸ ਦਿੱਤਾ। ਮਾਂ ਵੀ ਮੈਨੂੰ ਇਸ ਰਿਸ਼ਤੇ ਲਈ ਰਾਜੀ ਜਾਪਦੀ ਸੀ। ਮੈਂ ਸਮਝ ਨਹੀਂ ਸਕੀ ਕਿ ਮਾਂ ਨੂੰ ਭਾਬੀ ਪਸੰਦ ਨਹੀਂ ਸੀ, ਫਿਰ ਉਹ ਇਸ ਰਿਸ਼ਤੇ ਲਈ ਕਿਵੇਂ ਰਾਜੀ ਹੋ ਗਈ। ਪਾਪਾ ਜੀ ਨੇ ਭਾਬੀ ਨੂੰ ਕਿਹਾ, ਬੇਟੀ ਤੂੰ ਆਪਣੇ ਘਰਦਿਆਂ ਨਾਲ ਗੱਲ ਕਰਕੇ ਪਰਸੋਂ ਮੰਗਣੀ ਕਰਨ ਲਈ ਆਉਣ ਲਈ ਕਹਿ। ਮੈਂ ਕਿਹਾ, ਪਾਪਾ ਇੰਨੀ ਜਲਦੀ ਵੀ ਕੀ ਹੈ? ਭਾਬੀ ਨੇ ਮੁਸਕਰਾਉਂਦੇ ਹੋਏ ਕਿਹਾ, ਕਾਲੀ ਪਾਪਾ ਨੂੰ ਨਹੀਂ, ਵਿਜੇ ਨੂੰ ਹੈ। ਹੁਣ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਨੂੰ ਭਾਬੀ ਹੁਣ ਜ਼ਹਿਰ ਵਰਗੀ ਲੱਗ ਰਹੀ ਸੀ, ਪਰ ਮੈਂ ਕੁਝ ਨਾ ਕਹਿ ਸਕੀ ਕਿਉਂਕਿ ਮੈਂ ਬੇਵੱਸ ਸੀ। ਥੋੜੇ ਦਿਨਾਂ ਵਿੱਚ ਹੀ ਮੇਰੀ ਵਿਜੇ ਨਾਲ ਮੰਗਣੀ ਹੋ ਗਈ। ਉਹ ਬਹੁਤ ਖੁਸ਼ ਲੱਗ ਰਿਹਾ ਸੀ। ਉਹ ਮੇਰੇ ਅੱਗੇ ਪਿੱਛੇ ਘੁੰਮ ਰਿਹਾ ਸੀ। ਮੇਰਾ ਉਸ ਦਾ ਮੂੰਹ ਤੋੜਨ ਦਾ ਜੀ ਕਰਦਾ ਸੀ। ਉਹ ਵਿਜੇ ਮੈਨੂੰ ਹਰ ਵੇਲੇ ਫੋਨ ਕਰਦਾ ਸੀ। ਇਹ ਵੱਖਰੀ ਗੱਲ ਸੀ ਕਿ ਮੈਂ ਉਸ ਦੀਆਂ ਕਾਲਾਂ ਨੂੰ ਅਟੈਂਡ ਨਹੀਂ ਕਰਦੀ ਸੀ। ਮੈਂ ਨੈਤਿਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਜੇ ਵੀ ਮੇਰੇ ਨਾਲ ਨਾਰਾਜ਼ ਸੀ। ਮੈਂ ਬਹੁਤ ਪਰੇਸ਼ਾਨ ਸੀ। ਇਹਨਾਂ ਸਾਰੀਆਂ ਗੱਲਾਂ ਕਾਰਨ ਮੇਰਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ ਸੀ ਅਤੇ ਮੈਂ ਆਪਣਾ ਗੁੱਸਾ ਆਪਣੀ ਭਰਜਾਈ ਤੇ ਕੱਢਦੀ ਸੀ ਤੇ ਮੈਂ ਆਪਣੀ ਭਰਜਾਈ ਦੀ ਜ਼ਿੰਦਗੀ ਦੁੱਖਾਂ ਨਾਲ ਭਰ ਦਿੱਤੀ ਸੀ। ਮੈਂ ਉਸ ਨਾਲ ਲੜਦੀ ਰਹਿੰਦੀ ਸੀ ਅਤੇ ਆਪਣੇ ਭਰਾ ਨੂੰ ਉਸ ਦੇ ਖਿਲਾਫ ਭੜਕਾਉਂਦੀ ਸੀ। ਇੱਕ ਦਿਨ ਤਾਂ ਮੇਰੇ ਭਰਾ ਨੇ ਭਰਜਾਈ ਦੇ ਮੂੰਹ ਤੇ 2-3 ਵਾਰ ਥੱਪੜ ਵੀ ਮਾਰ ਦਿੱਤੇ। ਮੈਨੂੰ ਹੈਰਾਨੀ ਹੋਈ ਜਦੋਂ ਪਿਤਾ ਜੀ ਨੇ ਭਰਜਾਈ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ
ਅਤੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਕੀ ਤੁਸੀਂ ਆਪਣੇ ਭਰਾ ਅਤੇ ਭਰਜਾਈ ਵਿੱਚ ਲੜਾਈ ਕਿਉਂ ਪਵਾਉਂਦੇ ਹੋ? ਮੈਨੂੰ ਇਸ ਗੱਲ ਦਾ ਹੋਰ ਵੀ ਗੁੱਸਾ ਸੀ ਕਿ ਮੇਰੀ ਭਰਜਾਈ ਨੇ ਇਸ ਘਰ ਆ ਕੇ ਮੇਰਾ ਇਸ ਘਰ ਵਿੱਚ ਸਾਰਾ ਸਮਾਨ ਅਤੇ ਪਿਆਰ ਘਟਾ ਦਿੱਤਾ ਸੀ। ਮੈਂ ਆਪਣੇ ਭਰਾ ਨੂੰ ਭਰਜਾਈ ਤੋਂ ਵੱਖ ਰੱਖਣ ਦਾ ਫੈਸਲਾ ਕੀਤਾ। ਜੇ ਭਰਜਾਈ ਨੇ ਮੈਨੂੰ ਆਪਣਾ ਪਿਆਰ ਨਹੀਂ ਮਿਲਣ ਦਿੱਤਾ ਤਾਂ ਮੈਂ ਵੀ ਭਾਬੀ ਨੂੰ ਆਪਣੇ ਪਿਆਰ ਨਾਲ ਨਹੀਂ ਰਹਿਣ ਦਿਆਂਗੀ। ਹੁਣ ਹਰ ਰੋਜ਼ ਮੈਂ ਆਪਣੇ ਭਰਾ ਦੇ ਕੰਨਾਂ ਵਿੱਚ ਅਜਿਹੀਆਂ ਗੱਲਾਂ ਭਰਦੀ ਰਹਿੰਦੀ ਕਿ ਮੇਰੇ ਭਰਾ ਨੇ ਮਨ ਵਿੱਚ ਮੇਰੀ ਭਰਜਾਈ ਲਈ ਪਿਆਰ ਘਟ ਜਾਵੇ। ਅੱਜ ਜਦੋਂ ਵਿਜੇ ਦਾ ਫੋਨ ਆਇਆ ਤਾਂ ਮੈਂ ਅਟੈਂਡ ਕਰ ਲਿਆ। ਮੈਂ ਬਹੁਤ ਗੁੱਸੇ ਵਿੱਚ ਸੀ ਅਤੇ ਮੈਂ ਉਸ ਨੂੰ ਕਈ ਗੱਲਾਂ ਸੁਣਾ ਦਿੱਤੀਆਂ। ਉਹ ਵੀ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ। ਉਸ ਨੇ ਕਿਹਾ, ਕੀ ਗੱਲ ਹੈ ਪ੍ਰਾਚੀ, ਤੁਸੀਂ ਮੇਰਾ ਫੋਨ ਕਿਉਂ ਨਹੀਂ ਚੁੱਕਦੇ? ਮੈਂ ਇਹ ਵੀ ਜਾਣਦਾ ਹਾਂ ਕਿ ਤੁਸੀਂ ਮੇਰੇ ਨਾਲ ਮੰਗਣੀ ਨਹੀਂ ਕਰਵਾਉਣੀ ਚਾਹੁੰਦੇ ਸੀ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਡਾ ਰਵੱਈਆ ਮੇਰੀ ਭੈਣ ਨਾਲ ਚੰਗਾ ਨਹੀਂ ਹੈ। ਤੁਸੀਂ ਉਸ ਨਾਲ ਬਹੁਤ ਬੁਰਾ ਸਲੂਕ ਕਰਦੇ ਹੋ। ਜੇ ਤੁਸੀਂ ਇਸ ਰਿਸ਼ਤੇ ਨੂੰ ਹੋਰ ਅੱਗੇ ਨਹੀਂ ਲਿਜਾਣਾ ਚਾਹੁੰਦੇ ਤਾਂ ਮੈਨੂੰ ਸਾਫ਼-ਸਾਫ਼ ਦੱਸ ਦਿਓ, ਮੈਂ ਮੰਗਣੀ ਤੋੜ ਦੇਵਾਂਗਾ। ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਤੁਸੀਂ ਮੇਰੀ ਭੈਣ ਨਾਲ ਦੁਰਵਿਹਾਰ ਕਰੋ। ਮੈਂ ਆਪਣੀ ਖੁਸ਼ੀ ਲਈ ਆਪਣੀ ਭੈਣ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ। ਮੈਂ ਫੋਨ ਕੱਟ ਦਿੱਤਾ ਅਤੇ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ। ਮੈਂ ਬਾਹਰ ਹਾਲ ਵਿੱਚ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗ ਪਈ। ਜਦੋਂ ਭਰਾ ਨੇ ਮੈਨੂੰ ਰੋਂਦੇ ਦੇਖਿਆ ਤਾਂ ਮੇਰੇ ਕੋਲ ਆ ਕੇ ਪੁੱਛਿਆ, ਕੀ ਗੱਲ ਹੈ, ਤੁਸੀਂ ਕਿਉਂ ਰੋ ਰਹੇ ਹੋ? ਪ੍ਰਾਚੀ, ਮੈਂ ਇਸ ਮੌਕੇ ਦੀ ਤਲਾਸ਼ ਵਿੱਚ ਸੀ। ਮੈਂ ਇੱਕਦਮ ਕਿਹਾ, ਭਰਾ ਜੀ, ਭਾਬੀ ਮੇਰੇ ਅਤੇ ਵਿਜੇ ਵਿਚਕਾਰ ਝਗੜਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਮੈਂ ਇਸ ਰਿਸ਼ਤੇ ਲਈ ਤਿਆਰ ਨਹੀਂ ਸੀ ਤਾਂ ਮੈਂ ਆਪਣੀ ਭਾਬੀ ਨੂੰ ਕੁਝ ਗੱਲਾਂ ਕਹੀਆਂ ਸਨ। ਭਾਬੀ ਨੇ ਵਿਜੇ ਨੂੰ ਉਹੀ ਛੋਟੀਆਂ-ਛੋਟੀਆਂ ਗੱਲਾਂ ਵਧਾ ਚੜਾ ਕੇ ਦੱਸ ਦਿੱਤੀਆਂ ਅਤੇ ਹੁਣ ਵਿਜੇ ਨੇ ਮੈਨੂੰ ਕਿਹਾ ਹੈ ਕਿ ਉਹ ਮੰਗਣੀ ਤੋੜਨਾ ਚਾਹੁੰਦਾ ਹੈ। ਭਰਾ ਜੀ, ਜੇ ਇਹ ਸਭ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ ਤਾਂ ਵਿਆਹ ਤੋਂ ਬਾਅਦ ਕੀ ਹੋਵੇਗਾ? ਮੈਂ ਆਪਣੇ ਭਵਿੱਖ ਨੂੰ ਹੁਣ ਤੋਂ ਹੀ ਹਨੇਰੇ ਵਿੱਚ ਦੇਖ ਰਹੀ ਹਾਂ। ਕੁਝ ਦੇਰ ਵਿੱਚ ਹੀ ਭਾਬੀ ਵੀ ਆ ਗਈ। ਉਸ ਨੇ ਮੈਨੂੰ ਕਿਹਾ, ਪ੍ਰਾਚੀ, ਥੋੜੀ ਤਾਂ ਸ਼ਰਮ ਕਰੋ। ਕੀ ਤੈਨੂੰ ਆਪਣੇ ਭਰਾ ਨੂੰ ਮੇਰੇ ਵਿਰੁੱਧ ਭੜਕਾਉਣ ਤੇ ਥੋੜੀ ਜਿਹੀ ਵੀ ਸ਼ਰਮ ਨਹੀਂ ਆਉਂਦੀ? ਚੰਗਾ ਹੁੰਦਾ ਜੇ ਤੇਰਾ ਅਤੇ ਵਿਜੇ ਦਾ ਰਿਸ਼ਤਾ ਹੀ ਨਾ ਹੁੰਦਾ। ਮੈਂ ਆਖਦੀ ਹਾਂ ਕਿ ਅਜੇ ਵੀ ਸਮਾਂ ਹੈ। ਇਹ ਮੰਗਣੀ ਟੁੱਟ ਜਾਣੀ ਚਾਹੀਦੀ ਹੈ ਤਾਂ ਤੂੰ ਇਸ ਲਾਇਕ ਨਹੀਂ ਕਿ ਮੇਰੇ ਹੀਰੇ ਵਰਗੇ ਭਰਾ ਦੀ ਪਤਨੀ ਬਣ ਸਕੇ। ਭਾਬੀ ਦੀਆਂ ਗੱਲਾਂ ਤੇ ਭਰਾ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਭਰਜਾਈ ਦੇ ਮੂੰਹ ਤੇ ਥੱਪੜ ਮਾਰਿਆ। ਥੱਪੜ ਦੀ ਆਵਾਜ਼ ਨੇ ਮੇਰੇ ਅੰਦਰ ਸ਼ਾਂਤੀ ਲਿਆ ਦਿੱਤੀ ਸੀ। ਮੇਰਾ ਦਿਲ ਖੁਸ਼ ਹੋ ਗਿਆ। ਸ਼ਾਮ ਨੂੰ ਮੈਂ ਨੈਤਿਕ ਨੂੰ ਮਿਲਣ ਲਈ ਬੁਲਾਇਆ। ਮੈਂ ਵੀ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਵੀ ਬਹੁਤ ਖੁਸ਼ ਸੀ। ਪਾਪਾ ਨੂੰ ਲੱਗਾ ਕਿ ਸ਼ਾਇਦ ਇਹ ਰਿਸ਼ਤਾ ਹੁਣ ਹੋਰ ਅੱਗੇ ਨਹੀਂ ਖਿੱਚਣਾ ਚਾਹੀਦਾ। ਇਸ ਲਈ ਉਹਨਾਂ ਨੇ ਵਿਆਹ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਵਿਆਹ ਦੀ ਤਰੀਕ ਵੀ ਮੇਰੀ ਮਰਜ਼ੀ ਤੋਂ ਬਿਨਾਂ ਤੈਅ ਹੋ ਗਈ ਸੀ। ਮੇਰਾ ਪਿਆਰ ਮੈਥੋਂ ਸਦਾ ਦੂਰ ਹੁੰਦਾ ਜਾ ਰਿਹਾ ਸੀ। ਮੈਂ ਜ਼ਿੰਦਗੀ ਵਿੱਚ ਕਦੇ ਹਾਰ ਮੰਨਣੀ ਨਹੀਂ ਸਿੱਖੀ। ਫਿਰ ਇਹ ਮੇਰੀ ਜ਼ਿੰਦਗੀ ਦਾ ਸਵਾਲ ਸੀ। ਮੈਂ ਇੰਨੇ ਵੱਡੇ ਫੈਸਲੇ ਦੇ ਹਾਰ ਕਿਵੇਂ ਮੰਨ ਸਕਦੀ ਹਾਂ? ਇਹ ਮੇਰੀ ਸਾਰੀ ਉਮਰ ਦਾ ਸਵਾਲ ਸੀ। ਮੈਂ ਸੋਚਿਆ ਕਿ ਹੁਣ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਮੈਂ ਸ਼ਾਂਤ ਵਿਆਹ ਦੀਆਂ ਤਿਆਰੀਆਂ ਨੂੰ ਦੇਖਦੀ ਰਹੀ। ਮੈਂ ਬੇਸਬਰੀ ਨਾਲ ਵਿਆਹ ਦੀ ਰਾਤ ਦਾ ਇੰਤਜ਼ਾਰ ਕਰ ਰਹੀ ਸੀ। ਸਭ ਕੁਝ ਤੈਅ ਸੀ, ਪਰ ਮੈਂ ਇਸ ਬਾਰੇ ਸੋਚ ਕੇ ਹੈਰਾਨ ਸੀ ਕਿ ਪਤਾ ਨਹੀਂ ਪਾਪਾ ਨੇ ਵਿਜੇ ਵਿੱਚ ਅਜਿਹਾ ਕੀ ਦੇਖਿਆ ਕਿ ਉਹ ਸਭ ਕੁਝ ਛੱਡ ਕੇ ਮੇਰੇ ਵਿਆਹ ਦੇ ਪਿੱਛੇ ਪੈ ਗਏ ਸਨ। ਮੈਂ ਫੈਸਲਾ ਕੀਤਾ ਸੀ ਕਿ ਮੈਂ ਇਸ ਮਾਮਲੇ ਦੀ ਤਹਿ ਤੱਕ ਜ਼ਰੂਰ ਪਹੁੰਚਾਂਗੀ, ਪਰ ਮੈਨੂੰ ਸਮਾਂ ਨਹੀਂ ਮਿਲਿਆ ਅਤੇ ਮੇਰੇ ਵਿਆਹ ਦੀ ਤਰੀਕ ਵੀ ਆ ਗਈ। ਮਹਿੰਦੀ ਵਾਲੀ ਰਾਤ ਮੇਰੇ ਚਾਚੇ ਦੀ ਧੀ ਵੀ ਆਈ ਸੀ। ਉਹ ਮੇਰੇ ਨਾਲੋਂ ਜ਼ਿਆਦਾ ਸੋਹਣੀ ਸੀ, ਪਰ ਮੇਰੇ ਚਾਚੇ ਦੀ ਹਾਲਤ ਬਹੁਤ ਖਰਾਬ ਸੀ। ਗਰੀਬੀ ਕਾਰਨ ਉਸ ਦੇ ਘਰ 2 ਵਕਤ ਦੀ ਰੋਟੀ ਵੀ ਨਹੀਂ ਪੱਕਦੀ ਸੀ। ਮੇਰੇ ਪਿਤਾ ਜੀ ਮੇਰੇ ਚਾਚੇ ਦੇ ਘਰ ਦੇ ਖਰਚੇ ਪੂਰੇ ਕਰਨ ਵਿੱਚ ਮਦਦ ਕਰਦੇ ਸਨ। ਮੈਂ ਸੋਚਿਆ ਕਿ ਮੈਂ ਉਸ ਨੂੰ ਲਾਲਚ ਦੇ ਕੇ ਆਪਣਾ ਕੰਮ ਕਰਵਾ ਲਵਾਂਗੀ। ਮੈਂ ਉਸ ਨੂੰ ਆਪਣੇ ਕੋਲ ਬੁਲਾਇਆ। ਮੈਂ ਕਿਹਾ, ਸੁਮਨ, ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਕੀ ਹੈ? ਕੋਈ ਸੁਪਨਾ ਹੈ ਜੋ ਤੁਸੀਂ ਦੇਖਿਆ ਹੋਵੇਗਾ? ਸੁਮਨ ਮੇਰੀ ਗੱਲ ਸੁਣ ਕੇ ਹੈਰਾਨ ਰਹਿ ਗਈ ਅਤੇ ਬੋਲੀ, ਪ੍ਰਾਚੀ, ਮੇਰੀ ਸਭ ਤੋਂ ਵੱਡੀ ਇੱਛਾ ਹੈ ਕਿ ਮੇਰੇ ਕੋਲ ਵੀ ਤੇਰੇ ਵਾਂਗ ਬਹੁਤ ਸਾਰਾ ਪੈਸਾ ਹੋਵੇ। ਮੇਰਾ ਵਿਆਹ ਕਿਸੇ ਚੰਗੀ ਥਾਂ ਤੇ ਹੋਵੇ। ਅੱਜ ਤੱਕ ਹਰ ਚੀਜ਼ ਨੂੰ ਤਰਸਦਿਆਂ ਮੈਂ ਆਪਣਾ ਸਮਾਂ ਗੁਜ਼ਾਰਿਆ ਹੈ। ਮੈਂ ਚਾਹੁੰਦੀ ਹਾਂ ਕਿ ਹੁਣ ਮੈਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ, ਛੋਟੀਆਂ ਖੁਸ਼ੀਆਂ ਲਈ ਤਰਸਣਾ ਨਾ ਪਵੇ। ਸੁਮਨ ਦੀ ਗੱਲ ਸੁਣ ਕੇ ਮੈਂ ਮੁਸਕਰਾਈ। ਮੇਰਾ ਅੰਦਾਜ਼ਾ ਬਿਲਕੁਲ ਸਹੀ ਸੀ। ਮੈਂ ਆਪਣੇ ਗੁੱਟ ਤੋਂ ਸੋਨੇ ਦੇ ਭਾਰੀ ਕੰਗਣਾਂ ਨੂੰ
ਲਾਇਆ ਤੇ ਉਸ ਨੂੰ ਦੇਣ ਲੱਗੀ। ਉਹ ਦਿਲਚਸਪੀ ਨਾਲ ਕੰਗਣਾ ਵੱਲ ਦੇਖ ਰਹੀ ਸੀ ਤੇ ਬੋਲੀ, ਮੈਂ ਇਹ ਨਹੀਂ ਲੈ ਸਕਦੀ, ਇਹ ਬਹੁਤ ਮਹਿੰਗੇ ਹਨ। ਪਰ ਮੈਂ ਜ਼ਬਰਦਸਤੀ ਉਹ ਕੰਗਣ ਉਸਦੇ ਹੱਥਾਂ ਵਿੱਚ ਪਾ ਦਿੱਤੇ। ਮੈਂ ਕਿਹਾ ਕਿ ਇਹਨਾਂ ਕੰਗਣਾਂ ਦੀ ਕੀਮਤ ਘੱਟੋ ਘੱਟ 2 ਲੱਖ ਰੁਪਏ ਹੋਵੇਗੀ। ਇਹ ਮੇਰੇ ਵੱਲੋਂ ਤੁਹਾਡੇ ਲਈ ਇੱਕ ਛੋਟਾ ਤੋਹਫਾ ਹੈ। ਉਹ ਫਟੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਹੀ ਸੀ। ਉਸ ਦੇ ਹਰ ਅੰਗ ਵਿੱਚੋਂ ਖੁਸ਼ੀ ਫੁੱਟ ਰਹੀ ਸੀ। ਮੈਂ ਕਿਹਾ, ਹੁਣ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗੀ ਅਤੇ ਮੈਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗੀ। ਤੁਹਾਨੂੰ ਮੇਰੇ ਲਈ ਇੱਕ ਛੋਟਾ ਜਿਹਾ ਕੰਮ ਕਰਨਾ ਪਵੇਗਾ। ਉਸ ਨੇ ਕਿਹਾ ਕਿ ਕਿਸ ਤਰ੍ਹਾਂ ਦਾ ਕੰਮ ਪ੍ਰਾਚੀ? ਮੈਂ ਉਸ ਨੂੰ ਆਪਣੀ ਸਾਰੀ ਯੋਜਨਾ ਦੱਸ ਦਿੱਤੀ। ਉਸ ਨੇ ਕਿਹਾ, ਮੇਰੇ ਲਈ ਇਹ ਬਹੁਤ ਆਸਾਨ ਕੰਮ ਹੈ। ਮੈਂ ਉਸ ਨੂੰ ਬਹੁਤ ਸਾਰੇ ਪੈਸੇ ਅਤੇ ਸੋਨੇ ਦੇ ਗਹਿਣਿਆਂ ਦਾ ਲਾਲਚ ਦਿੱਤਾ ਸੀ। ਹੁਣ ਮੈਂ ਖੁਸ਼ ਸੀ। ਮੈਂ ਮਹਿੰਦੀ ਫੰਕਸ਼ਨ ਦਾ ਵੀ ਪੂਰਾ ਆਨੰਦ ਲਿਆ। ਫਿਰ ਆਖਰ ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਵਿਦਾਇਗੀ ਸਮੇਂ ਮੈਂ ਨੈਤਿਕ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਇਸ ਵੇਲੇ ਕਾਰ ਲੈ ਕੇ ਮੇਰੇ ਸਹੁਰੇ ਘਰ ਆ ਜਾਵੇ। ਉੱਥੇ ਇੱਕ ਵੱਡਾ ਤਮਾਸ਼ਾ ਹੋਣ ਵਾਲਾ ਹੈ। ਉਸ ਤੋਂ ਬਾਅਦ ਮੈਂ ਸਦਾ ਲਈ ਤੇਰੀ ਹੋ ਜਾਵਾਂਗੀ। ਫਿਰ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਵਿੱਚ ਪਹੁੰਚ ਗਈ। ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਭਾਬੀ ਦਾ ਘਰ ਬਹੁਤ ਸੋਹਣਾ ਬਣ ਗਿਆ ਸੀ। ਪਾਪਾ ਨੇ ਸਹੀ ਕਿਹਾ ਸੀ ਕਿ ਵਿਜੇ ਨੇ ਬਹੁਤ ਪੈਸਾ ਕਮਾਇਆ ਹੈ। ਮੈਨੂੰ ਵਿਜੇ ਦੇ ਕਮਰੇ ਵਿੱਚ ਬਿਠਾ ਦਿੱਤਾ ਗਿਆ। ਕੁਝ ਦੇਰ ਬਾਅਦ ਸੁਮਨ ਵੀ ਉੱਥੇ ਆ ਗਈ। ਉਹ ਕਹਿਣ ਲੱਗੀ, ਪ੍ਰਾਚੀ, ਹੁਣ ਮੈਂ ਕੀ ਕਰਨਾ ਹੈ? ਮੈਂ ਕਿਹਾ ਕਿ ਤੁਸੀਂ ਵਿਜੇ ਤੇ ਦੋਸ਼ ਲਗਾ ਦਿਓ ਕਿ ਉਸ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਮੇਰੇ ਨਾਲ ਸਹਿਮਤ ਹੋ ਗਈ। ਮੈਂ ਸਾਰਿਆਂ ਦੀ ਨਜ਼ਰ ਤੋਂ ਬਚ ਕੇ ਕਮਰੇ ਤੋਂ ਬਾਹਰ ਚਲੀ ਗਈ। ਕੁਝ ਦੇਰ ਬਾਅਦ ਵਿਜੇ ਆਪਣੇ ਕਮਰੇ ਵਿੱਚ ਚਲਾ ਗਿਆ। ਸੁਮਨ ਉੱਥੇ ਪਹਿਲਾਂ ਹੀ ਮੌਜੂਦ ਸੀ। ਕੁਝ ਦੇਰ ਬਾਅਦ ਕਮਰੇ ਵਿੱਚੋਂ ਸੁਮਨ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਹ ਬਚਾਓ ਬਚਾਓ ਚੀਕ ਰਹੀ ਸੀ। ਵਿਜੇ ਦੇ ਕਮਰੇ ਦੇ ਬਾਹਰ ਸਾਰੇ ਮਹਿਮਾਨ ਖੜੇ ਸਨ। ਬਹੁਤ ਵੱਡਾ ਡਰਾਮਾ ਹੋਇਆ। ਕੁਝ ਹੀ ਦੇਰ ਵਿੱਚ ਸੁਮਨ ਭੱਜਦੀ ਹੋਈ ਕਮਰੇ ਤੋਂ ਬਾਹਰ ਆਈ। ਉਹ ਫੁੱਟ-ਫੁੱਟ ਕੇ ਰੋ ਰਹੀ ਸੀ। ਉਸ ਨੇ ਚੀਕ ਕੇ ਕਿਹਾ, ਵਿਜੇ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਮੈਂ ਵਿਜੇ ਨੂੰ ਕਹਿੰਦੀ ਰਹੀ ਕਿ ਮੈਂ ਤੁਹਾਡੀ ਪਤਨੀ ਨਹੀਂ ਹਾਂ। ਤੁਹਾਡੀ ਪਤਨੀ ਹੁਣੇ ਹੀ ਕਿਸੇ ਕੰਮ ਲਈ ਬਾਹਰ ਗਈ ਹੈ ਅਤੇ ਕੁਝ ਸਮੇਂ ਬਾਅਦ ਵਾਪਸ ਆ ਜਾਵੇਗੀ। ਸਾਰੇ ਮਹਿਮਾਨ ਹੈਰਾਨ ਸਨ। ਮੈਂ ਗੁੱਸੇ ਨਾਲ ਅੱਗੇ ਵਧੀ ਅਤੇ ਕਿਹਾ, ਵਿਜੇ, ਤੂੰ ਕਿੰਨਾ ਘਟੀਆ ਇਨਸਾਨ ਹੈ। ਮੈਂ ਕਮਰੇ ਵਿੱਚ ਘੁਟਨ ਮਹਿਸੂਸ ਕਰ ਰਹੀ ਸੀ, ਇਸ ਲਈ ਮੈਂ ਥੋੜੀ ਦੇਰ ਲਈ ਬਾਹਰ ਚਲੀ ਗਈ ਤੇ ਤੁਸੀਂ ਮੇਰੀ ਚਚੇਰੀ ਭੈਣ ਨਾਲ ਹੀ। ਮੈਂ ਤੁਹਾਡੇ ਵਰਗੇ ਘਟੀਆ ਵਿਅਕਤੀ ਨਾਲ ਨਹੀਂ ਰਹਿਣਾ ਚਾਹੁੰਦੀ। ਮੈਨੂੰ ਤਲਾਕ ਦੇ ਦਿਓ। ਤਾਂ ਵਿਜੇ ਨੇ ਅੱਗੇ ਆ ਕੇ ਕਿਹਾ, ਸੁਮਨ, ਤੂੰ ਝੂਠ ਕਿਉਂ ਬੋਲ ਰਹੀ ਹੈ? ਮੈਂ ਤੁਹਾਨੂੰ ਕੁਝ ਨਹੀਂ ਕਿਹਾ। ਤੁਸੀਂ ਖੁਦ ਮੈਨੂੰ ਦੇਖ ਕੇ ਰੌਲਾ ਪਾਉਣ ਲੱਗ ਪਏ। ਸਭ ਨੂੰ ਸੱਚ ਦੱਸੋ, ਨਹੀਂ ਤਾਂ ਪੁਲਿਸ ਨੂੰ ਬੁਲਾਵਾਂਗੇ। ਪੁਲਿਸ ਦਾ ਨਾਂ ਸੁਣ ਕੇ ਸੁਮਨ ਇੱਕਦਮ ਡਰ ਗਈ। ਸੁਮਨ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਵਿਜੇ ਨੇ ਮੇਰੇ ਨਾਲ ਗਲਤ ਵਿਵਹਾਰ ਨਹੀਂ ਕੀਤਾ। ਪ੍ਰਾਚੀ ਨੇ ਮੈਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਸੀ। ਵਿਜੇ, ਤੁਸੀਂ ਬਹੁਤ ਚੰਗੇ ਇਨਸਾਨ ਹੋ। ਇਹ ਲਾਲਚ ਕਾਰਨ ਹੀ ਮੈਂ ਪ੍ਰਾਚੀ ਦੀ ਸਲਾਹ ਮੰਨ ਲਈ। ਪੁਲਿਸ ਦਾ ਨਾਂ ਸੁਣ ਕੇ ਸੁਮਨ ਨੇ ਸਭ ਨੂੰ ਸੱਚਾਈ ਦੱਸੀ ਅਤੇ ਕਿਹਾ ਕਿ ਪ੍ਰਾਚੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਪ੍ਰਾਚੀ ਨੇ ਦੱਸਿਆ ਸੀ ਕਿ ਮੇਰਾ ਰਿਸ਼ਤਾ ਜ਼ਬਰਦਸਤੀ ਤੈਅ ਕੀਤਾ ਗਿਆ ਸੀ। ਇਸ ਲਈ ਕਿਰਪਾ ਕਰਕੇ ਮੇਰੀ ਮਦਦ ਕਰੋ ਤਾਂ ਜੋ ਮੇਰੀ ਵਿਜੇ ਤੋਂ ਜਾਨ ਬਚ ਜਾਵੇ। ਮੈਂ ਵਿਜੇ ਨੂੰ ਬਦਨਾਮ ਕਰਨ ਲਈ ਹੀ ਵਿਜੇ ਦੇ ਕਮਰੇ 'ਚ ਗਈ ਸੀ। ਸੁਮਨ ਦੀ ਗੱਲ ਸੁਣ ਕੇ ਵਿਜੇ ਨੂੰ ਗੁੱਸਾ ਆ ਗਿਆ। ਉਹ ਗੁੱਸੇ ਨਾਲ ਅੱਗੇ ਵਧਿਆ ਅਤੇ ਕਿਹਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਸੇ ਤੇ ਝੂਠੇ ਇਲਜ਼ਾਮ ਲਗਾਉਣਾ ਬਹੁਤ ਗਲਤ ਹੈ। ਵਿਜੇ ਨੇ ਮੈਨੂੰ ਦੱਸਿਆ ਕਿ ਮੈਂ ਤੁਹਾਨੂੰ ਆਪਣੀ ਭੈਣ ਦੇ ਵਿਆਹ ਤੇ ਦੇਖਿਆ ਸੀ ਅਤੇ ਮੈਂ ਤੁਹਾਨੂੰ ਪਸੰਦ ਕੀਤਾ ਸੀ। ਮੈਂ ਉਸੇ ਪਲ ਇਸ ਬਾਰੇ ਸੋਚਿਆ ਤੇ ਫੈਸਲਾ ਕੀਤਾ ਸੀ ਕਿ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸ਼ਾਮਲ ਕਰਾਂਗਾ। ਮੈਂ ਆਪਣੀ ਭੈਣ ਰਾਹੀਂ ਤੈਨੂੰ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਸਹਿਮਤ ਨਹੀਂ ਹੋਏ। ਫਿਰ ਮੈਨੂੰ ਪਤਾ ਲੱਗਾ ਕਿ ਤੁਹਾਡਾ ਪਿਤਾ ਤੁਹਾਡੇ ਲਈ ਰਿਸ਼ਤਾ ਲੱਭ ਰਹੇ ਹਨ, ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਨੈਤਿਕ ਨਾਮ ਦੇ ਲੜਕੇ ਨੂੰ ਪਿਆਰ ਕਰਦੇ ਹੋ ਅਤੇ ਨੈਤਿਕ ਇੱਕ ਨੰਬਰ ਦਾ ਅਵਾਰਾ ਅਤੇ ਲਾਲਚੀ ਮੁੰਡਾ ਹੈ। ਉਸ ਦੀ ਨਜ਼ਰ ਸਿਰਫ ਤੇਰੀ ਦੌਲਤ ਤੇ ਸੀ। ਇਸੇ ਲਈ ਉਹ ਨਹੀਂ ਚਾਹੁੰਦੇ ਸਨ ਕਿ ਤੁਸੀਂ ਉਸ ਨਾਲ ਵਿਆਹ ਕਰਾਓ। ਵਿਆਹ ਤੋਂ ਬਾਅਦ ਉਸ ਨੇ ਤੁਹਾਡੇ ਪਿਤਾ ਜੀ ਨੂੰ ਬਹੁਤ ਬਲੈਕਮੇਲ ਕਰਨਾ ਸੀ। ਇਸੇ ਲਈ ਉਹ ਚਾਹੁੰਦੇ ਸਨ ਕਿ ਤੁਹਾਡਾ ਵਿਆਹ ਨੈਤਿਕ ਨਾਲ ਨਾ ਹੋਵੇ। ਜਦੋਂ ਮੈਂ ਆਪਣਾ ਰਿਸ਼ਤਾ ਤੁਹਾਡੇ ਪਿਤਾ ਨੂੰ ਪੇਸ਼ ਕੀਤਾ ਤਾਂ ਉਹ ਮੰਨ ਗਏ ਅਤੇ ਫਿਰ ਉਹਨਾਂ ਨੇ ਤੁਹਾਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਖੁਸ਼ ਸੀ ਕਿ ਹੁਣ ਤੂੰ ਮੇਰੀ ਜ਼ਿੰਦਗੀ ਵਿੱਚ ਸ਼ਾਮਲ ਹੋਣ ਵਾਲੀ ਸੀ, ਪਰ ਤੂੰ ਇਸ ਪਵਿੱਤਰ ਰਿਸ਼ਤੇ ਦੇ ਲਾਇਕ ਨਹੀਂ। ਮੈਂ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਦਿਆਂਗਾ।
ਮੇਰੀ ਨਜ਼ਰ ਤੋਂ ਦੂਰ ਹੋ ਜਾਓ, ਮੈਂ ਤੈਨੂੰ ਤਲਾਕ ਦਿੰਦਾ ਹਾਂ। ਅਤੇ ਫਿਰ ਵਿਜੇ ਨੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ। ਮੈਂ ਬਹੁਤ ਖੁਸ਼ ਸੀ। ਮੈਂ ਹੁਣ ਵਿਜੇ ਵਾਲੀ ਮੁਸੀਬਤਾਂ ਖਤਮ ਹੋ ਗਈਆਂ ਹੈ। ਕੁਝ ਦਿਨਾਂ ਵਿੱਚ ਵਿਜੇ ਤੋਂ ਮੇਰਾ ਤਲਾਕ ਹੋ ਜਾਵੇਗਾ। ਮੈਂ ਤੇਜ਼ੀ ਨਾਲ ਨੈਤਿਕ ਵੱਲ ਵਧੀ, ਪਰ ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾ ਅਤੇ ਉੱਥੋਂ ਚਲਾ ਗਿਆ। ਪਾਪਾ ਮੈਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਕਿਹਾ ਕਿ ਇਹ ਸਭ ਕੀ ਹੈ। ਮੈਂ ਰੋਣ ਲੱਗ ਪਈ ਤੇ ਕਿਹਾ, ਤੁਸੀਂ ਆਪਣੀ ਜਾਇਦਾਦ ਦੀ ਖਾਤਰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਪਾਪਾ, ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ? ਤੁਹਾਨੂੰ ਪਤਾ ਸੀ ਕਿ ਮੈਂ ਨੈਤਿਕ ਨਾਲ ਵਿਆਹ ਕਰਨਾ ਚਾਹੁੰਦੀ ਸੀ, ਫਿਰ ਵੀ ਤੁਸੀਂ ਮੇਰਾ ਵਿਆਹ ਵਿਜੇ ਨਾਲ ਕਰਵਾ ਦਿੱਤਾ। ਤੁਸੀਂ ਅਜਿਹਾ ਕਿਉਂ ਕੀਤਾ? ਪਾਪਾ ਮੇਰੇ ਮੂੰਹ ਵੱਲ ਵੇਖਦੇ ਰਹੇ, ਫਿਰ ਬੋਲੇ, ਮੈਂ ਸਾਰੀ ਉਮਰ ਤੇਰੇ ਲਈ ਇੰਨਾ ਕੁਝ ਕੀਤਾ ਹੈ, ਫਿਰ ਮੈਂ ਆਪਣੀ ਧੀ ਨੂੰ ਕਿਸੇ ਅਜਿਹੇ ਵਿਅਕਤੀ ਦੇ ਹਵਾਲੇ ਕਿਵੇਂ ਕਰ ਸਕਦਾ ਹਾਂ ਜੋ ਤੁਹਾਡੇ ਨਾਲ ਪਿਆਰ ਕਰਨ ਦਾ ਦਿਖਾਵਾ ਕਰ ਰਿਹਾ ਸੀ। ਮੈਂ ਨੈਤਿਕ ਬਾਰੇ ਸਾਰੀ ਜਾਣਕਾਰੀ ਹਾਸਲ ਕਰ ਲਈ ਸੀ। ਉਹ ਸਿਰਫ ਜਾਇਦਾਦ ਦੀ ਖਾਤਰ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਜਦਕਿ ਉਸ ਨੂੰ ਕੋਈ ਹੋਰ ਕੁੜੀ ਪਸੰਦ ਹੈ। ਮੈਂ ਤੁਹਾਡੇ ਤੋਂ ਕਦੇ ਉਮੀਦ ਨਹੀਂ ਕੀਤੀ ਸੀ ਕਿ ਤੁਹਾਡਾ ਵਿਆਹ ਦੀ ਰਾਤ ਹੀ ਤਲਾਕ ਨਾਲ ਖਤਮ ਹੋ ਜਾਵੇਗਾ। ਅੱਜ ਤੂੰ ਮੇਰੇ ਦਿਲ ਵਿੱਚ ਸਤਿਕਾਰ ਤੇ ਪਿਆਰ ਗਵਾ ਲਿਆ ਹੈ। ਮੇਰੇ ਆਪਣੇ ਘਰ ਵਾਪਸ ਆ ਗਈ ਸੀ। ਮੈਂ ਬਾਰ-ਬਾਰ ਨੈਤਿਕ ਨੂੰ ਫੋਨ ਕਰ ਰਹੀ ਸੀ, ਪਰ ਨੈਤਿਕ ਕਹਿਣ ਲੱਗਾ ਕਿ ਮੈਂ ਤੇਰੇ ਵਰਗੀ ਧੋਖੇਬਾਜ਼ ਕੁੜੀ ਤੋਂ ਜਿੰਨਾ ਦੂਰ ਰਹਾਂ ਓਨਾ ਹੀ ਚੰਗਾ ਹੈ। ਇਸ ਦੇ ਬਾਵਜੂਦ ਮੈਂ ਤੇਰੇ ਨਾਲ ਵਿਆਹ ਕਰਨ ਬਾਰੇ ਸੋਚ ਸਕਦਾ ਸੀ, ਪਰ ਮੈਂ ਸੁਣਿਆ ਹੈ ਕਿ ਤੇਰੇ ਪਾਪਾ ਨੇ ਤੈਨੂੰ ਆਪਣੀ ਜਾਇਦਾਦ ਦਾ ਇੱਕ ਪੈਸਾ ਵੀ ਨਾ ਦੇਣ ਦਾ ਫੈਸਲਾ ਕੀਤਾ ਹੈ। ਫਿਰ ਮੈਂ ਤੇਰੇ ਵਰਗੀ ਧੋਖੇਬਾਜ਼ ਕੁੜੀ ਨਾਲ ਵਿਆਹ ਕਿਉਂ ਕਰਾਂਗਾ? ਕੁਝ ਸਮੇਂ ਬਾਅਦ ਨੈਤਿਕ ਨੇ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰ ਲਿਆ। ਜਦੋਂ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ, ਮੇਰੇ ਹੱਥ ਵਿੱਚ ਕੁਝ ਨਾ ਆਇਆ। ਮੈਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਲਿਆ ਸੀ। ਮੈਂ ਇਕੱਲੀ ਰਹਿ ਗਈ ਕਿਉਂਕਿ ਮੇਰੇ ਹੰਕਾਰ ਨੇ ਮੈਨੂੰ ਕਿਤੇ ਦਾ ਨਹੀਂ ਛੱਡਿਆ। ਵਿਜੇ ਨੇ ਅਜੇ ਤਲਾਕ ਦੇ ਕਾਗਜ਼ ਨਹੀਂ ਭੇਜੇ ਸਨ। ਸ਼ਾਇਦ ਉਹ ਮੈਨੂੰ ਸੱਚਾ ਪਿਆਰ ਕਰਦਾ ਸੀ ਤੇ ਮੈਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦਾ ਸੀ, ਪਰ ਮੇਰੇ ਦਿੱਤੇ ਧੋਖੇ ਕਾਰਨ ਉਹ ਮੈਨੂੰ ਅਪਣਾਉਣਾ ਵੀ ਨਹੀਂ ਚਾਹੁੰਦਾ ਸੀ। ਮੈਂ ਦਮ ਘੁੱਟ ਕੇ ਜ਼ਿੰਦਗੀ ਜੀ ਰਹੀ ਹਾਂ। ਹੁਣ ਮੈਂ ਵਿਜੇ ਤੋਂ ਫੋਨ ਤੇ ਮਾਫੀ ਮੰਗਣੀ ਚਾਹੀ, ਪਰ ਉਸਨੇ ਮੇਰੀ ਆਵਾਜ਼ ਸੁਣਦੇ ਹੀ ਫੋਨ ਕੱਟ ਦਿੱਤਾ। ਮੈਂ ਹੁਣ ਉਸ ਦਿਨ ਦਾ ਇੰਤਜ਼ਾਰ ਕਰ ਰਹੀ ਹਾਂ ਜਦੋਂ ਵਿਜੇ ਮੈਨੂੰ ਮਾਫ ਕਰ ਦੇਵੇਗਾ ਅਤੇ ਮੈਨੂੰ ਆਪਣੀ ਪਤਨੀ ਵਜੋਂ ਆਪਣੇ ਘਰ ਵਾਪਸ ਲੈ ਜਾਵੇਗਾ। ਦੋਸਤੋ, ਕਿਰਪਾ ਕਰਕੇ ਮੇਰੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਵਿਜੇ ਦਾ ਦਿਲ ਮੇਰੇ ਵੱਲੋਂ ਸਾਫ਼ ਹੋ ਜਾਵੇ ਅਤੇ ਉਹ ਮੈਨੂੰ ਮਾਫ ਕਰ ਦੇਵੇ। ਮੈਨੂੰ ਟਿੱਪਣੀ ਬਾਕਸ ਵਿੱਚ ਦੱਸੋ ਕਿ ਮੈਂ ਮਾਫੀ ਦੇ ਹੱਕਦਾਰ ਹਾਂ ਜਾਂ ਨਹੀਂ। ਕੀ ਮੈਨੂੰ ਵਿਜੇ ਤੋਂ ਬਿਨਾਂ ਇਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ ਜਾਂ ਵਿਜੇ ਮੈਨੂੰ ਮਾਫ ਕਰ ਦੇਵੇ? ਕਿਰਪਾ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ। ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਕਿਰਪਾ ਕਰਕੇ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਦੱਸੋ। ਦੋਸਤੋ, ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਜਾਂ ਨਹੀਂ। ਹਰ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।